ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਾਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬੀਆਂ ਦੇ ਤੇ ਭਾਗ ਖੁੱਲ ਗਏ। ਜਿਹੜੇ ਕਦੇ ਮਹਿਲਾਂ ਤੋਂ ਥੱਲੇ ਨਹੀਂ ਸੀ ਉਤਰਦੇ, ਹੁਣ ਚਾਰ ਚਾਰ ਮੁੱਖ ਮੰਤਰੀ ਪੰਜਾਬੀਆਂ ਨੂੰ ਦਰਵਾਜ਼ਿਆਂ ਤੇ ਮਿਲਦੇ ਆ। ਜਿੱਥੇ ਸਵੇਰੇ ਟੈਕਸੀ ਵਾਲਿਆਂ ਨਾਲ ਚੰਨੀ ਚਾਹ ਪੀ ਰਹੇ ਸੀ, ਸ਼ਾਮ ਨੂੰ ਅਰਵਿੰਦ ਕੇਜਰੀਵਾਲ ਕਹਿ ਰਹੇ ਸੀ ਵੀ ਪ੍ਰੋਗਰਾਮ ਮੇਰਾ ਸੀ, ਅਗਲਿਆਂ ਹਾਈਜੈਕ ਕਰ ਲਿਆ। ਉਹ ਤਾਂ ਮੁੱਖ ਮੰਤਰੀ ਨੂੰ ਕਹਿੰਦੇ ਨਕਲੀ ਕੇਜਰੀਵਾਲ ਆ, ਤੇ ਉਧਰਲੇ ਪੁੱਛਦੇ ਆ ਵੀ ਤੁਸੀਂ ਕੋਈ ਮੁੱਖ ਮੰਤਰੀ ਦੇ ਦਿਓ ਫਿਰ, ਜੇ ਅਸੀਂ ਨਕਲੀ ਲੱਗਦੇ ਆ। ਪੰਜਾਬ ਦੇ ਲੋਕਾਂ ਨੂੰ ਬਹੁਤ ਕੁਝ ਦਿੱਤਾ ਜਾ ਰਿਹਾ, ਹੁਣ ਦਿੱਤਾ ਕਿੱਥੋਂ ਜਾ ਰਿਹਾ ਇਹਦੇ ਬਾਰੇ ਕੋਈ ਨਹੀਂ ਦੱਸਦਾ। ਆਹ 1000 ਰੁਪਏ ਵਾਲੀ ਗੱਲ ਜਿਹੜੀ ਕੇਜਰੀਵਾਲ ਨੇ ਕੀਤੀ ਆ, ਇਹਨੂੰ ਨੋ ਡਾਊਟ ਵੈਲਕਮ ਕਹਿਣਾ ਬਣਦਾ ਹੈ ਕਿ ਜਿਹੜੇ ਹੱਥਾਂ ਨੂੰ ਰੁਜ਼ਗਾਰ ਨਹੀਂ ਗੇ, ਉਹਨਾਂ ਨੂੰ ਤੁਸੀਂ ਜ਼ਰੂਰ ਕੁਝ ਪੈਸੇ ਦਿਓ ਸਰਕਾਰੀ ਖਜ਼ਾਨੇ ਚੋਂ। ਪਰ ਸਰਕਾਰੀ ਖਜ਼ਾਨੇ ਦਾ ਹਿਸਾਬ ਦਿੱਤੇ ਬਿਨਾਂ ਤੁਸੀਂ ਪੈਸੇ ਕਿੱਥੋਂ ਦਿਓਗੇ? ਇਹ ਜੁਮਲਾ ਹੀ ਸਾਬਤ ਹੋਊਗਾ ਨਾ, ਕਿੱਥੋਂ ਲਿਆਓਗੇ? ਕੁਝ ਨਹੀਂ ਦੱਸਦੇ ਤੁਸੀਂ। ਦੂਜੇ ਬੰਨੇ ਪੰਜਾਬ ਦੀ ਪੋਲਿਟਿਕਸ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਡਾ ਆਰਟੀਕਲ ਲਿਖ ਕੇ ਸੈਂਟਰ ਦੀ ਸਿਫਤ ਕਰੀ ਜਾਂਦੇ ਆ, ਤੇ ਸੈਂਟਰ ਪੰਜਾਬ ਵੱਲ ਝਾਕਦਾ ਆਖੀ ਜਾਂਦਾ ਕਿ ਅਸੀਂ ਤਾਂ ਬਹੁਤ ਅਹਿਮ ਧਿਰਾਂ, ਜਿਹੜੀਆਂ ਵੱਡੀਆਂ ਪੁਰਾਣੀਆਂ ਧਿਰਾਂ ਨੇ, ਉਹ ਸਾਡੇ ਪਿੱਛੇ ਲੱਗਣਾ ਚਾਹੁੰਦੀਆਂ ਤੇ ਲੱਗ ਜਾਓ, ਪਤਾ ਜਾ ਕੇ ਇਲੈਕਸ਼ਨ 'ਚ ਲੱਗੂਗਾ। ਸ਼ਾਇਦ ਉਹਨਾਂ ਕੋਲ ਸਰਮਾਇਆ ਜਾਂ ਸ਼ਾਇਦ ਉਹਨਾਂ ਕੋਲ ਸਾਧਨ ਕੇਂਦਰ ਵਾਲੇ ਬਹੁਤ ਨੇ, ਤਾਂ ਉਹਨਾਂ ਦਾ ਸਵੈਮਾਣ ਤੇ ਮਾਣ ਵੀ ਬੜਾ ਦਿਸਦਾ ਹੈ। ਅਜੇ ਕਿਸਾਨਾਂ ਨਾਲ ਨਿਪਟਣਾ ਬਾਕੀ ਆ, ਲੇਕਿਨ ਕੇਂਦਰ ਜਿਸ ਤਰੀਕੇ ਨਾਲ ਅੱਗੇ ਵਧਣਾ ਚਾਹੁੰਦਾ, ਪੰਜਾਬ ਦੀ ਪੋਲਿਟਿਕਸ ਵਾਹਵਾ ਖਰਚੀਲੀ ਤੇ ਮਹਿੰਗੀ ਹੋਊਗੀ। ਇਸ ਗੱਲ ਦਾ ਸ਼ਾਇਦ ਪਤਾ ਨਵਜੋਤ ਸਿੰਘ ਸਿੱਧੂ ਔਰ ਚੰਨੀ ਨੂੰ ਵੀ ਹੈ। ਉਹਨਾਂ ਨੇ ਆਪਣੀ ਕੰਪੇਨ ਭਰ ਜੋਬਨ ਤੇ ਲਿਆਂਦੀ ਹੈ। ਸੁਖਬੀਰ ਸਿੰਘ ਬਾਦਲ ਘੱਟ ਨਹੀਂ ਕਿਸੇ ਨਾਲੋਂ, ਪਰ ਇੱਥੇ ਹੱਥ ਕਿਸੇ ਤੇ ਕੁਝ ਨਹੀਂ ਆ ਰਿਹਾ। ਪੰਜਾਬ ਦੇ ਲੋਕ ਆਪਣੀ ਬੰਦ ਮੁੱਠੀ ਨੂੰ ਖੋਲਣਾ ਨਹੀਂ ਚਾਹੁੰਦੇ, ਨਾ ਆਪਣਾ ਮਨ ਕਿਸੇ ਨੂੰ ਦੇ ਰਹੇ ਆ। ਪੋਲੀਟੀਸ਼ੀਅਨਸ ਲਈ ਸਭ ਤੋਂ ਔਖਾ ਸਵਾਲ ਇਹੀ ਆ ਵੀ ਉਹ ਕਿਸ ਤਰੀਕੇ ਨਾਲ ਸਾਨੂੰ ਭਰਮਾਉਣ। ਉਹ ਸਾਰੇ ਹੀ ਹੱਥ ਕੰਡੇ ਵਰਤੀ ਜਾਂਦੇ ਆ, ਸਾਰੇ ਹੀ ਹਰਬੇ ਵਰਤੀ ਜਾਂਦੇ ਆ, ਹਰ ਤਰ੍ਹਾਂ ਦੀ ਸਹੂਲਤ ਦੇਣ ਨੂੰ ਕਾਹਲੇ ਨੇ। ਐਂ ਲੱਗਦਾ ਜਿਵੇਂ ਸਰਕਾਰ ਆਉਣ ਤੋਂ ਬਿਨਾਂ ਹੀ ਇਹਨਾਂ ਨੇ ਘਰੋਂ ਹੀ ਲਿਆ ਕੇ ਦੇ ਦੇਣਾ। ਹੁਣ ਕੇਜਰੀਵਾਲ ਸਾਹਿਬ ਦਿੱਲੀ ਦੇ ਵਿੱਚ ਰਹਿੰਦੇ ਆ, ਪੰਜਾਬ ਦੇ ਲੋਕਾਂ ਲਈ ਕੀ ਕਰ ਸਕਦੇ ਆ ਉਹਦੇ ਬਾਰੇ ਉਹ ਫ੍ਰੀ ਸਹੂਲਤਾਂ ਵਾਲੀ ਗੱਲ ਤਾਂ ਕਰ ਸਕਦੇ ਆ, ਪਰ ਪੰਜਾਬ ਨੂੰ ਲੈ ਕੇ ਜੇਕਰ ਕੋਈ ਹੁਣ ਤੱਕ ਦਾ ਕੋਈ ਰੋਡ ਮੈਪ, ਜਿਵੇਂ ਸਿੱਧੂ ਰੋਡ ਮੈਪ ਕਹਿ ਰਿਹਾ, ਕਿਸੇ ਵੀ ਧਿਰ ਵੱਲੋਂ ਸਾਫ਼-ਸਾਫ਼ ਨਹੀਂ ਦੱਸਿਆ ਗਿਆ। ਕਿਉਂਕਿ ਜੇ ਤੁਸੀਂ ਵਪਾਰੀਆਂ ਤੇ ਬੋਝ ਪਾਓਗੇ ਤਾਂ ਉਹ ਚੀਕਣਗੇ, ਜੇ ਤੁਸੀਂ ਆਮ ਜਨਤਾ ਤੇ ਬੋਝ ਪਾਓਗੇ, ਟੈਕਸ ਤਰ੍ਹਾਂ ਵਧਾਓਗੇ, ਉਹ ਚੀਕਣਗੇ। ਸਵਾਲ ਬਹੁਤ ਵੱਡਾ ਹੈ ਕਿ ਤੁਸੀਂ ਲੀਕੇਜ ਬੰਦ ਨਹੀਂ ਕਰਨਾ ਚਾਹੁੰਦੇ, ਕਰਪਸ਼ਨ ਬੰਦ ਨਹੀਂ ਕਰਨਾ ਚਾਹੁੰਦੇ। ਜਿੰਨਾ ਵੀ ਤੁਸੀਂ ਕਰ ਰਹੇ ਹੋ, ਜਿੰਨਾ ਪੈਸਾ ਇਸ ਵੇਲੇ ਇਲੈਕਸ਼ਨਾਂ ਦੇ ਵਿੱਚ ਲੱਗਣਾ ਹੈ, ਜਿੰਨੀਆਂ ਕੁ ਦੇਖੋ, ਜਿੰਨੀ ਮਹਿੰਗੀ ਇਲੈਕਸ਼ਨ ਹੋ ਗਈ, ਕਹਿੰਦੇ 10 ਕਰੋੜ ਤੱਕ ਇੱਕ ਕਨਸਟੀਟੂਐਂਸੀ 'ਚ ਪੈਸੇ ਖਰਚੇ ਜਾਣੇ, ਔਰ ਉਹ 10 ਕਰੋੜ ਲਾਉਣ ਵਾਲਾ ਮੈਨੂੰ ਦੱਸੋ ਕਿਸ ਆਧਾਰ ਤੇ ਪੈਸੇ ਲਾਊਗਾ? ਜੇਕਰ ਭਾਸਕਰ ਸਾਹਿਬ ਇੱਕ ਬੰਦਾ ਪੈਸੇ ਇੰਨੇ ਲਾਉਣਾ ਚਾਹੁੰਦਾ ਹੈ ਤੇ ਆਖਰ ਉਹਦੀ ਰਿਟਰਨ ਚਾਹੁੰਦਾ ਹੈ, ਤੇ ਰਿਟਰਨ ਹੁਣ ਲੀਕੇਜ ਤੋਂ ਬਿਨਾਂ ਹੈ ਨਹੀਂ। ਉਦਾਂ ਤੇ 1.5-2 ਲੱਖ ਰੁਪਇਆ ਪੈਨਸ਼ਨ, ਜਿਹੜੀ ਤਨਖਾਹ ਵਾ, ਤੇ ਉਸ ਤੋਂ ਬਾਅਦ ਥੋੜੀ ਬਹੁਤੀ ਪੈਨਸ਼ਨ। ਇਹਦਾ ਮਤਲਬ ਹੈ ਜਦੋਂ ਕਿਤੇ ਇਨਵੈਸਟਮੈਂਟ ਹੋ ਰਹੀ ਆ, ਉਹਦੀ ਵਾਪਸੀ ਪਹਿਲਾਂ ਤੈਅ ਕਰ ਲਈ ਜਾਂਦੀ ਹੈ। ਸੋ ਉਹ ਲੀਕੇਜ ਤੁਸੀਂ ਬੰਦ ਨਹੀਂ ਕਰ ਸਕਦੇ। ਤੁਹਾਨੂੰ ਪਤਾ ਹੈ ਕਿ ਤੁਹਾਡੇ ਚੁਣੇ ਹੋਏ ਵਿਧਾਇਕਾਂ ਨੇ ਲੱਗੇ ਪੈਸੇ ਵਸੂਲ ਕਰਨੇ। ਸੋ ਮੈਨੂੰ ਸਭ ਤੋਂ ਪਹਿਲਾਂ ਕੇਜਰੀਵਾਲ ਦੀ ਜਿਹੜੀ ਆਮਦ ਹੈ ਪੰਜਾਬ 'ਚ, ਉਹਦੇ ਨਾਲ ਜੁੜੀਆਂ ਅਹਿਮ ਗੱਲਾਂ ਦੱਸਿਓ। ਤੇ ਲੁਧਿਆਣੇ 'ਚ ਦੋਨੇ ਭਰਾ ਚੰਨੀ ਤੇ ਸਿੱਧੂ, ਉਹ ਵੀ ਵਾਹਵਾ ਬੜਕਦੇ ਰਹੇ ਆ, ਤੇ ਕੈਪਟਨ ਸਾਹਿਬ ਦਾ ਲੇਖ ਵੀ ਤਗੜਾ ਛਪਿਆ। ਸੁਖਬੀਰ ਹੋਣੀ ਪੱਟਾਂ ਤੇ ਤੇਲ ਮਲੀ ਫਿਰਦੇ, ਕਹਿੰਦੇ ਆ ਜਾਓ ਜਿਹਨੇ ਆਉਣਾ। ਦੱਸਿਓ ਜਰਾ। ਤੇ ਭਾਜਪਾ ਵਾਲੇ ਕਹਿੰਦੇ ਛੋਟੇ ਭਰਾ ਬਣ ਕੇ ਆ ਜਾਓ। ਰੰਧਾਵਾ ਜੀ, ਕੇਜਰੀਵਾਲ ਉਹਨਾਂ ਦਾ ਅੱਜ ਪੰਜਾਬ ਦਾ ਦੌਰਾ, ਜਿਹੜਾ 2 ਦਿਨਾਂ ਦਾ ਦੌਰਾ ਹੈ, ਇਸ ਦੌਰੇ ਦੇ ਵਿੱਚੋਂ ਲੋਕਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਉਹ ਮੁੱਖ ਮੰਤਰੀ ਦਾ ਚਿਹਰਾ, ਜਿਹਦਾ ਪੰਜਾਬ ਵਿੱਚ ਕੇਜਰੀਵਾਲ ਕਈ ਵਾਰ ਕਹਿ ਕੇ ਗਏ ਨੇ ਕਿ ਵੀ ਸਿੱਖ ਚਿਹਰਾ ਹੋਏਗਾ, ਲੋਕੀ ਪਿਆਰ ਕਰਦੇ ਹੋਣਗੇ, ਤੇ ਭਗਵੰਤ ਮਾਨ ਵੀ ਅੱਜ ਕਾਫੀ ਸੱਜੇ ਸੁੱਜੇ ਜਿਹੇ ਲੱਗਦੇ ਸੀਗੇ। ਲੱਗਦਾ ਇਹ ਸੀਗਾ ਵੀ ਅੱਜ ਕੁਝ ਕਰਕੇ ਜਾਣਗੇ, ਪਰ ਉਹਨਾਂ ਨੇ ਮਹਿਲਾ ਦੀ ਮੀਟਿੰਗ ਬੁਲਾ ਕੇ, ਯਾਨੀ ਲੇਡੀਜ਼ ਦੀ ਮੀਟਿੰਗ ਬੁਲਾ ਕੇ ਇੱਕ ਐਲਾਨ ਕੀਤਾ ਕਿ ਵੀ ਜੇ ਸਾਡੀ ਸਰਕਾਰ ਆਈ ਤੇ 1000 ਰੁਪਇਆ ਪਰ ਹੈਡ, 18 ਸਾਲ ਤੋਂ ਵੱਧ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਮਹਿਲਾ ਹੈ ਤੇ ਉਹਨੂੰ 1000 ਰੁਪਇਆ ਪਰ ਮੰਥ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਦੇਗੀ। ਸ਼ੁਰੂ ਵਿੱਚ ਏਦਾਂ ਲੱਗਿਆ ਕਿ ਪਤਾ ਨਹੀਂ ਕਿੱਡਾ ਵੱਡਾ ਕੰਮ ਕਰ ਗਏ, ਪਰ ਇਹਦਾ ਕ੍ਰਿਟਿਸਿਜ਼ਮ ਵੀ ਲੋਕਾਂ ਵੱਲੋਂ ਕਾਫੀ ਆਇਆ ਕਿ ਅਗਰ ਉਹ ਇਹ ਗੱਲ ਕਹਿੰਦੇ ਕਿ ਗਰੀਬ ਪਰਿਵਾਰ ਦੇ ਲੋਕਾਂ ਨੂੰ 1000 ਰੁਪਏ ਦਿੱਤੇ ਜਾਣਗੇ ਤੇ ਗੱਲ ਸਮਝ ਆਉਂਦੀ ਸੀ। ਗੱਲ ਇਹ ਵੀ ਸਮਝ ਆਉਂਦੀ ਸੀ ਵੀ ਗਰੀਬਾਂ ਦਾ ਕੋਈ ਭਲਾ ਹੋਏਗਾ ਇਸ ਗੱਲ ਤੋਂ। ਪਰ ਇਹ ਜਿਹੜੀ ਫਰੀਬੀਜ਼ ਦੀ ਰਾਜਨੀਤੀ ਸ਼ੁਰੂ ਹੋਈ ਹੈ ਨਾ ਪੰਜਾਬ ਦੇ ਵਿੱਚ,
ਇਹ ਕੋਈ ਬਹੁਤੀ ਵਧੀਆ ਨਹੀਂ। ਔਰ ਪੰਜਾਬੀ ਹੈ, ਪੰਜਾਬੀ ਮੇਰੇ ਖਿਆਲ ਨਾਲ ਕਦੀ ਵੀ ਇਸ ਚੀਜ਼ ਨੂੰ ਲਾਈਕ ਨਹੀਂ ਕਰਦੇ ਕਿ ਵੀ ਕੋਈ ਉਹਨਾਂ ਦੇ ਕਟੋਰੇ 'ਚ ਪੈਸਾ ਪਾ ਕੇ ਜਾਏ। ਉਹ ਬੜਾ ਆਨ ਸ਼ਾਨ ਵਾਲੇ ਬੰਦੇ ਨੇ। ਉਹ ਕਿਸੇ ਵੀ ਪੂਰੇ ਦੇਸ਼ ਦੇ ਵਿੱਚ ਵੀ ਕੋਈ ਸਮੱਸਿਆ ਆਉਂਦੀ ਹੈ, ਕਿਸੇ ਤਰੀਕੇ ਦੀ ਕੋਈ ਟ੍ਰੈਜੇਡੀ ਹੁੰਦੀ ਹੈ, ਤੇ ਸਿੱਖ ਸਭ ਤੋਂ ਪਹਿਲੇ ਅੱਗੇ ਹੁੰਦੇ ਆ। ਹੁਣ ਉਸ ਪ੍ਰਦੇਸ਼ ਦੇ ਵਿੱਚ ਕੇਜਰੀਵਾਲ ਦੀ ਫਰੀਬੀਜ਼ ਦੀ ਰਾਜਨੀਤੀ ਕਿੰਨੀ ਕੁ ਅੱਗੇ ਜਾਏਗੀ ਪਤਾ ਨਹੀਂ, ਪਰ ਫਿਲਹਾਲ ਲੋਕਾਂ ਦੇ ਵਿੱਚੋਂ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ। ਦੂਜੇ ਪਾਸੇ ਮੁੱਖ ਮੰਤਰੀ ਚੰਨੀ ਉਹਨਾਂ ਨੇ ਜਦ ਤੋਂ ਮੁੱਖ ਮੰਤਰੀ ਬਣੇ ਨੇ 3-4 ਵੱਡੇ ਐਲਾਨ ਕੀਤੇ ਨੇ। ਉਹਨਾਂ ਵਿੱਚੋਂ ਇੱਕ ਸਭ ਤੋਂ ਵੱਡਾ ਐਲਾਨ ਸੀਗਾ ਕਿ ਜੇ ਅਸੀਂ 2 ਕਿਲੋਵਾਟ ਦੀ ਕਨੈਕਸ਼ਨ ਹੈਗੇ ਆ, ਉਹਨਾਂ ਦੇ ਬਿਜਲੀ ਦੇ ਬਿੱਲ ਮਾਫ ਕਰਤੇ। ਹਜੇ ਤੱਕ ਇੱਕ ਵੀ ਬਿੱਲ ਨਹੀਂ ਆਇਆ। 3 ਰੁਪਏ ਯੂਨਿਟ ਉਹਨਾਂ ਨੇ ਬਿਜਲੀ ਸਸਤੀ ਕਰਤੀ ਹੈ। ਹਜੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਦੇ ਬਿਜਲੀ ਦੇ ਬਿੱਲ ਕਿੰਨੇ ਘਟੇ, ਕਾਰਨ ਕਿ ਹਜੇ ਤੱਕ ਕੋਈ ਬਿੱਲ ਨਹੀਂ ਆਇਆ। ਰੇਤਾ 5.5 ਰੁਪਏ ਦੇਣ ਦੀ ਗੱਲ ਕਹਿੰਦੇ ਸੀਗੇ, ਔਰ ਇਹ ਵੀ ਕਹਿੰਦੇ ਸੀਗੇ ਕਿ ਜੇ ਨਹੀਂ ਮਿਲੇ ਤੇ ਮੇਰਾ ਗਲਾ ਕੱਟ ਦਿਓ। ਅੱਜ 5.5 ਰੁਪਏ ਰੇਤਾ ਕਿਸੇ ਜਗ੍ਹਾ ਨਹੀਂ ਮਿਲਦਾ। 20-22 ਰੁਪਏ ਜਿਹੜਾ ਪਹਿਲੇ ਰੇਟ ਚੱਲਦਾ ਸੀਗਾ, ਤਕਰੀਬਨ ਉਨਾ ਹੀ ਰੇਟ ਚੱਲਦਾ। ਔਰ ਅੱਜ ਸਿੱਧੂ ਉਹਨਾਂ ਨੇ ਵੀ ਆਪਣੀ ਜਿਹੜੀ ਰੈਲੀ ਲੁਧਿਆਣੇ ਦੇ ਵਿੱਚ ਰੱਖੀ ਸੀ, ਉਹਦੇ ਵਿੱਚ ਵੀ ਕਹਿ ਦਿੱਤਾ ਕਿ ਵੀ 1000 ਰੁਪਏ ਤੋਂ ਉੱਤੇ ਸਿੱਧੂ ਰੇਤਾ ਨਹੀਂ ਵਿਕਣ ਦਊਗਾ। ਪਰ ਉਹ ਸਿੱਧੂ ਜਦ ਕਹਿੰਦਾ ਹੈ ਕਿ ਵੀ ਮੈਂ ਵਿਕਣ ਨਹੀਂ ਦਊਗਾ, ਉਹ ਆਪਣੇ ਮੁੱਖ ਮੰਤਰੀ ਬਣਨ ਤੋਂ ਬਾਅਦ ਦੀ ਗੱਲ ਕਰਦੇ ਨੇ। ਫਿਲਹਾਲ ਉਹ 5.5 ਰੁਪਏ ਵਾਲੀ ਵੀ ਗੱਲ ਰੁਲ ਗਈ। ਯਾਨੀ ਫਰੀਬੀਜ਼ ਦੀ ਇੱਕ ਪਾਰਟੀ ਦਾਵਾ ਕਰ ਰਹੀ ਹੈ ਜੇ ਸਾਡੀ ਸਰਕਾਰ ਆਈ ਤੇ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਔਰ ਜਿਹਦੀ ਸਰਕਾਰ ਹੈਗੀ ਹੈ ਉਹ ਅਨਾਉਂਸਮੈਂਟ ਤੇ ਕਰ ਰਹੀ ਹੈ। ਉਹਨਾਂ ਅਨਾਉਂਸਮੈਂਟ ਦਾ ਇੰਪਲੀਮੈਂਟੇਸ਼ਨ ਕਿਸੇ ਵੀ ਜਗ੍ਹਾ ਨਹੀਂ ਹੋ ਰਿਹਾ। ਹੁਣ ਸ਼ਹਿਰਾਂ ਦੇ ਵਿੱਚ ਪਾਣੀ ਦੇ ਬਿੱਲ 50 ਰੁਪਏ ਕਰਤੇ ਸੀਗੇ ਔਰ ਪਿਛਲੇ ਬਕਾਇਆ ਮਾਫ ਕੀਤੇ ਸੀਗੇ ਚੰਨੀ ਸਰਕਾਰ ਨੇ, ਪਰ ਅੱਜ ਤੱਕ ਉਹ ਇੰਪਲੀਮੈਂਟ ਨਹੀਂ ਹੋਇਆ। ਹਜੇ ਵੀ ਲੋਕਾਂ ਨੂੰ ਪੁਰਾਣੇ ਹਿਸਾਬ ਨਾਲ ਬਿੱਲ ਆ ਰਹੇ ਨੇ, ਔਰ ਬਕਾਇਆ ਵੀ ਮੰਗਿਆ ਜਾ ਰਿਹਾ ਹੈ ਕਿ ਜਿੰਨਾ ਵੀ ਬਕਾਇਆ ਸੀਗਾ ਤੁਹਾਡਾ ਉਹ ਤੁਹਾਨੂੰ ਦੇਣਾ ਪਏਗਾ। ਯਾਨੀ ਇਸ ਕਨਫਿਊਜ਼ਨ ਦੇ ਵਿੱਚ ਅਨਾਉਂਸਮੈਂਟ ਕਰਨ ਤੋਂ ਬਾਅਦ ਵੀ ਉਹਨਾਂ ਅਨਾਉਂਸਮੈਂਟਸ ਦਾ ਇੰਪਲੀਮੈਂਟੇਸ਼ਨ ਨਾ ਹੋਣਾ, ਔਰ ਦੂਜੀ ਪਾਰਟੀ ਵੱਡੇ ਵੱਡੇ ਵਾਅਦੇ ਕਰਨੇ। ਔਰ ਸੁਖਬੀਰ ਬਾਦਲ ਉਹਨਾਂ ਦਾ ਵੀ 13 ਨੂੰ 31 ਜਿਹੜਾ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਸਭ ਕੁਝ ਫ੍ਰੀ ਸੀਗਾ, ਉਹ ਤੇ ਖੈਰ ਰੁੱਲ ਹੀ ਗਿਆ। ਉਹ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਗਈ ਉਹ ਗੱਲ ਕਿ ਜਿਹੜੇ 400 ਯੂਨਿਟ ਦੀ ਉਹ ਗੱਲ ਕਰਦੇ ਸੀਗੇ ਤੇ ਆਹ ਹੋ ਜਾਊਗਾ, ਉਹ ਹੋ ਜਾਊਗਾ, ਇਦਾਂ ਕਰ ਦਾਂਗੇ। ਲੋਕ ਪੁੱਛਦੇ ਨੇ ਵੀ ਪਹਿਲੇ ਤੁਹਾਡੀ 10 ਸਾਲ ਸਰਕਾਰ ਰਹੀ, ਤਦ ਕਿਉਂ ਨਹੀਂ ਕੀਤਾ। ਹੁਣ ਕੇਜਰੀਵਾਲ ਨੂੰ ਵੀ ਇਹ ਸਵਾਲ ਉੱਠਦਾ ਹੈ ਕਰਨਾ ਕਿ ਕੇਜਰੀਵਾਲ ਸਾਹਿਬ, ਦਿੱਲੀ ਦੇ ਵਿੱਚ ਤੁਸੀਂ ਹਰ ਮਹਿਲਾ ਨੂੰ 1000 ਰੁਪਏ ਦਿੰਦੇ ਹੋ, ਜੇ ਉੱਥੇ ਕਿਉਂ ਨਹੀਂ ਦਿੰਦੇ? ਜੇ ਇੱਥੇ ਦੇ ਰਹੇ ਹੋ ਤੇ ਉੱਥੇ ਵੀ ਦੇਣੇ ਚਾਹੀਦੇ ਸੀਗੇ। ਉੱਥੇ ਦਿੱਤੇ ਹੁੰਦੇ ਤੇ ਸਾਨੂੰ ਆਸ ਹੁੰਦੀ ਕਿ ਤੁਹਾਡੀ ਸਰਕਾਰ ਇੱਥੇ ਆਏਗੀ ਤੇ ਤੁਸੀਂ ਇੱਥੇ ਦੋਗੇ। ਗੱਲਾਂ ਤੇ ਬੜੀ ਗੋਲਮੋਲ ਜੀ ਹੈਗੀ ਆ ਰੰਧਾਵਾ ਜੀ। ਰਾਜਨੀਤੀ ਦੇ ਵਿੱਚ ਹੁਣ ਘਮਾਸਾਨ ਛਿੜ ਗਿਆ। ਸਭ ਤੋਂ ਇੰਪੋਰਟੈਂਟ ਗੱਲ ਅੱਜ ਦੀ ਇਹ ਵੇ ਕਿ ਹਰ ਪਾਰਟੀ ਵੱਧ ਕੇ ਵਾਅਦੇ ਕਰਨਾ ਚਾਹੁੰਦੀ ਹੈ, ਪਰ ਉਹਨਾਂ ਵਾਅਦਿਆਂ ਨੂੰ ਪੂਰਾ ਕਿੱਦਾਂ ਕਰਨਗੇ? ਇੱਕੋ ਹੀ ਗੱਲ ਕਹਿੰਦੇ ਆ ਸਿੱਧੂ ਉਹਨਾਂ ਕਿ ਮਾਫੀਆ ਮੈਂ ਖਤਮ ਕਰ ਦੂੰਗਾ। ਉਹੀ ਕੇਜਰੀਵਾਲ ਨਾਲ ਕਹਿੰਦੇ ਕਿ ਮਾਫੀਆ ਮੈਂ ਖਤਮ ਕਰ ਦੂੰਗਾ। ਨਕਲੀ ਕੇਜਰੀਵਾਲ ਦੇ ਦਾएं ਪਾਸੇ ਰੇਤ ਮਾਫੀਆ, ਬਾएं ਪਾਸੇ ਕੇਬਲ ਮਾਫੀਆ। ਚੰਨੀ ਉਹਨਾਂ ਨੇ ਵੀ ਅੱਜ ਇਹ ਗੱਲ ਕੀਤੀ ਕਿ ਕੇਬਲ ਮਾਫੀਆ ਨੂੰ 1 ਮਹੀਨੇ ਦੇ ਅੰਦਰ ਅਸੀਂ ਖਤਮ ਕਰਕੇ 100 ਰੁਪਇਆ ਪਰ ਟੀਵੀ, ਯਾਨੀ 100 ਰੁਪਇਆ ਪਰ ਘਰ ਉਹ ਕੇਬਲ ਦਾ ਖਰਚਾ ਆਏਗਾ। ਕਦੋਂ ਹੋਏਗਾ, ਕਿੱਦਾਂ ਹੋਏਗਾ, ਸਾਨੂੰ ਨਹੀਂ ਪਤਾ। ਤਦ ਤੱਕ ਤੇ ਚੋਣਾਂ ਹੋ ਚੁੱਕੀਆਂ ਹੋਣਗੀਆਂ, ਔਰ ਜੇ ਚੋਣਾਂ ਹੋਣ ਤੋਂ ਬਾਅਦ ਉਹ ਵਾਅਦੇ ਕਿਸ ਪੋਲੀਟੀਕਲ ਪਾਰਟੀ ਨੂੰ ਤੁਸੀਂ ਪੁੱਛੋਗੇ, ਕਿਉਂਕਿ ਸਰਕਾਰ ਕਿਹਦੀ ਆਣੀ ਹੈ ਹਜੇ ਤੱਕ ਤੇ ਨਹੀਂ ਪਤਾ, ਪਰ ਵਾਅਦੇ ਸਭ ਤੋਂ ਵੱਡੇ ਵਾਅਦੇ ਕਿਸੇ ਮਰਜ਼ੀ ਕੋਲ ਕਰਾ ਲਓ। ਔਰ ਜਿੱਦਾਂ ਤੁਸੀਂ ਕਿਹਾ, ਅੱਜ ਕੈਪਟਨ ਅਮਰਿੰਦਰ ਸਿੰਘ ਬੜੇ ਖੁਸ਼ ਨਜ਼ਰ ਆਏ ਸੀ। ਸਵੇਰੇ ਉੱਠਦੇ ਉਹਨਾਂ ਨੇ ਇੱਕ ਲੇਖ ਲਿਖਿਆ, ਲੇਖ ਦੇ ਵਿੱਚ ਛੋਲੇ ਗਾਏ, ਔਰ ਉਹਨਾਂ ਛੋਲੇ ਗਾਉਣ ਦਾ ਫਾਇਦਾ ਕਿੰਨਾ ਕੁ ਹੋਏਗਾ ਉਹਨਾਂ ਨੂੰ? ਪੰਜਾਬ ਦੀ ਨਵੀਂ ਰਾਜਨੀਤੀ, ਯਾਨੀ ਉਹਨਾਂ ਵਾਸਤੇ ਇਹ ਨਵੀਂ ਰਾਜਨੀਤੀ ਹੋਏਗੀ ਕਿ ਜਿਸ ਭਾਜਪਾ ਨੂੰ ਉਹਨਾਂ ਨੇ 9.5 ਸਾਲ, ਯਾਨੀ 5 ਸਾਲ ਪਿਛਲੇ ਤੇ 4.5 ਸਾਲ ਇਹ ਵਾਲੇ ਹਮੇਸ਼ਾ ਖਰੀਆਂ ਖੋਟੀਆਂ ਹੀ ਸੁਣਾਈ ਸੀ। ਕੁਝ ਫੈਸਲੇ ਜ਼ਰੂਰ ਉਹਨਾਂ ਦੇ ਹੱਕ 'ਚ ਲਿੱਤੇ ਸੀਗੇ, ਅੱਜ ਉਹਨਾਂ ਦੀ ਗੋਦੀ 'ਚ ਬੈਠ ਕੇ ਨਜ਼ਰ ਆਉਣਗੇ ਔਰ ਕਿੱਦਾਂ ਰਾਜਨੀਤੀ ਨੂੰ ਅੱਗੇ ਤੋਰਨਗੇ। ਕਿਉਂਕਿ ਫਰੀਬੀਜ਼ ਦੀ ਰਾਜਨੀਤੀ ਪੰਜਾਬ ਦੇ ਵਿੱਚ ਚੱਲ ਗਈ ਹੈ, ਔਰ ਇਸ ਫ੍ਰੀ ਦੀ ਰਾਜਨੀਤੀ ਦੇ ਵਿੱਚ ਕਿ ਉਹ ਵੀ ਫ੍ਰੀ ਦੇ ਭਾਅ ਵਿਕਣਗੇ ਕਿ ਕੁਝ ਉਹਨਾਂ ਦਾ ਵੀ ਮੁੱਲ ਪੈਂਦਾ ਹੈ, ਇਹ ਆਉਣ ਵਾਲੀ ਚੋਣਾਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ। ਭਾਸਕਰ ਸਾਹਿਬ, ਜਿਹੜੀ ਤੁਸੀਂ ਸੁਖਬੀਰ ਜੀ ਦੀ ਗੱਲ ਕੀਤੀ ਹੈ ਉਹ ਵੀ ਦਿਲਚਸਪ ਹੈ ਵੀ ਜਿੱਦਾਂ ਉਹਨਾਂ ਨੇ ਆਪਣਾ ਪ੍ਰੋਗਰਾਮ ਦੇਣਾ ਸ਼ੁਰੂ ਕੀਤਾ ਸੀ, ਵਿੱਚੇ ਫਿਰ ਬੰਦ ਕਰਤਾ। ਹੁਣ ਬੰਦ ਕਰਨ ਕਿੱਦਾਂ ਨਾ? ਹੁਣ ਸਾਰੇ ਜੇ ਜਿੱਥੋਂ ਤੱਕ ਕੇਜਰੀਵਾਲ ਦੇ ਦੁੱਖ ਵੀ ਜਾਇਜ਼ ਸੀ ਅੱਜ ਕਿ ਅਸੀਂ ਤਾਂ ਅਨਾਉਂਸਮੈਂਟ ਕਰਨੀ ਹੁੰਦੀ, ਅਗਲੇ ਲਾਗੂ ਕਰ ਦਿੰਦੇ। ਜਿਹਦੀ ਸਰਕਾਰ ਆ ਅਗੇ ਉਹ ਤਾਂ ਸਾਡਾ ਜਿਹੜਾ ਜਿੰਨਾ ਪੈਮਾਨਾ ਹੁੰਦਾ ਹੈ ਉਹਦੇ ਨਾਲ ਮਾਪ ਦਿੰਦੇ ਆ ਜੀ। ਇਹ ਬਹੁਤ ਔਖਾ ਸਵਾਲ ਪੈ ਗਿਆ ਇਸ ਵੇਲੇ। ਇਹ ਬਹੁਤ ਔਖਾ ਸਵਾਲ ਪੈ ਗਿਆ ਕਿ ਲੋਕਾਂ ਦੀ ਸਮਝ ਨਹੀਂ ਆ ਰਹੀ ਕਿਸੇ ਨੂੰ ਵੀ। ਖੈਰ, ਇਹਦੇ ਦੂਜੇ ਪਾਸਿਓਂ ਚੱਲਦੇ। ਹੁਣ ਇਹਦਾ ਇੱਕ ਹੋਰ ਐਂਗਲ ਆ, ਉਹ ਐਂਗਲ ਫੜਨਾ ਬਣਦਾ ਹੈ।
ਦੇਖੋ, ਕੀ ਪੰਜਾਬ ਦੇ ਵਿੱਚ ਜੋ ਰਵਾਇਤੀ ਪੋਲਿਟਿਕਸ ਹੈ ਕੀ ਉਹੀ ਅੱਗੇ ਵਧੂਗੀ, ਜਾਂ ਉਸ ਰਵਾਇਤੀ ਪੋਲਿਟਿਕਸ ਦੇ ਸਮਾਨਾਂਤਰ, ਜੇ ਮੰਨ ਲਓ ਸਪੋਜ਼ ਮੈਂ ਕਿਸਾਨੀ ਆਗੂ ਹੁੰਦਾ, ਜੇ ਮੈਂ ਕਿਸਾਨੀ ਆਗੂ ਹੁੰਦਾ ਤੇ ਮੈਂ ਕੀ ਕਰਦਾ, ਜੋ ਮੈਨੂੰ ਸਮਝ ਆਉਂਦੀ ਹੈ, ਸ਼ਾਇਦ ਜੇ ਕਿਸਾਨ ਆਗੂ ਵੀ ਐਵੇਂ ਹੀ ਸੋਚਦੇ ਆ, ਕਿ ਜਦੋਂ ਗੱਲ ਮੁੱਕ ਜਾਂਦੀ ਹੈ, ਮੰਨ ਲਓ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਵਾਪਸ ਲੈ ਲਏ ਜਾਂਦੇ ਆ, ਤੇ ਉਸ ਤੋਂ ਬਾਅਦ ਕੋਈ ਕਮੇਟੀ ਜਿਹੜੀਆਂ ਐਮਐਸਪੀ ਤੇ ਬਾਕੀ ਮੰਗਾਂ ਦੇ ਉੱਤੇ ਅੱਗੇ ਵੱਧਦੀ ਹੈ, ਤਾਂ ਕੁਦਰਤੀ ਆ ਕਿਸਾਨ ਜੇਤੂ ਹੋ ਕੇ ਆਉਣਗੇ ਜਾਂ ਜੇਤੂ ਹੋਣ ਦੀ ਗੱਲ ਕਰਨਗੇ, ਔਰ ਉਹ ਚਾਅ ਵੀ ਚੱਕਿਆ ਨਹੀਂ ਜਾਣਾ, ਹੋ ਹੀ ਜਾਣਾ, ਕਿਉਂਕਿ ਸਰਕਾਰ ਮੁੱਕਰਨ ਵਾਲੀ ਹੈ ਨਹੀਂ ਇਸ ਵੇਲੇ, ਹਾਲਾਤ ਬੜੇ ਉਹਨਾਂ ਲਈ ਯੂਪੀ ਜਾਂ ਬਾਕੀ ਥਾਵਾਂ ਤੇ ਵੀ ਟੇਢੇ ਆ। ਮੈਨੂੰ ਲੱਗਦਾ ਕਿ ਇਸ ਵੇਲੇ ਇੱਕ ਫਤਿਹ ਮਾਰਚ ਦੀ ਲੋੜ ਸੀ, ਫਤਿਹ ਮਾਰਚ, ਔਰ ਉਹ ਫਤਿਹ ਮਾਰਚ ਦਿੱਲੀੋਂ ਤੁਰਦਾ, ਪੰਜਾਬ ਦੇ ਹਰ ਕੋਨੇ 'ਚ ਜਾਂਦਾ, ਹਰ ਕੋਨੇ 'ਚ, ਹਰ ਖੇਤ ਖਲਿਆਣ ਤੱਕ ਪਹੁੰਚਦਾ, ਔਰ ਉਹਦੇ ਨਾਲ ਇੱਕ ਹਵਾ ਦਾ ਰੁੱਖ ਬਣਨਾ ਸੀ। ਸਿਆਸੀ ਪਾਰਟੀਆਂ ਲਈ ਅਜੇ ਇਹ ਇੱਕ ਬਹੁਤ ਔਖਾ ਸਵਾਲ ਪੈਣ ਵਾਲਾ ਆਉਂਦੇ ਦਿਨੀ। ਕਿਸਾਨੀ ਨਾਲ ਜੁੜੇ ਲਗਭਗ ਮੇਰੇ ਖਿਆਲ 35% ਪਰਿਵਾਰ ਨੇ, 35% ਤੋਂ 40% ਪਰਿਵਾਰ ਕਿਸਾਨੀ ਨਾਲ ਜੁੜੇ ਨੇ ਸਿੱਧੇ ਅਸਿੱਧੇ, ਤੇ ਜੇਕਰ ਇਹ ਪਿੰਡਾਂ ਤੱਕ ਪਹੁੰਚਦੇ ਆ ਕਿਸਾਨ, ਔਰ ਇਹ ਫਤਿਹ ਮਾਰਚ ਅੱਗੇ ਵੱਧਦਾ ਵੱਧਦਾ ਪੰਜਾਬ 'ਚ ਰਾਸ਼ਟਰੀ ਚੇਤਨਾ ਦਾ ਸੰਚਾਰ ਕਰਦਾ ਜਾਂਦਾ, ਕਿਸਾਨ ਕਿਸੇ ਧਿਰ ਨਾਲ ਵੀ ਨਹੀਂ ਜੁੜਦੇ, ਉਹ ਆਪਣੀ ਕੋਈ ਪਾਰਟੀ ਬਣਾ ਕੇ ਅੱਗੇ ਵੱਧਦੇ ਆ, 117 ਕੈਂਡੀਡੇਟ ਦੇ ਦਿੰਦੇ ਆ। ਐਸੀ ਸਥਿਤੀ ਦੇ ਵਿੱਚ ਪੰਜਾਬ ਦਾ ਚੋਣ ਦ੍ਰਿਸ਼ ਕਿਹੋ ਜਿਹਾ ਹੋਊਗਾ, ਐਸੀ ਸਥਿਤੀ ਦੇ ਵਿੱਚ ਦਾਅਵੇ ਤੇ ਵਾਅਦੇ ਕਿਹੋ ਜਿਹੇ ਰਹਿ ਜਾਣਗੇ, ਇਹ ਫ੍ਰੀ ਬੀਜ਼ ਕਿਹੋ ਜਿਹੀ ਰਹਿ ਜਾਏਗੀ, ਰਾਤਾਂ ਰਵਾਇਤਾਂ ਦੀ ਰਾਜਨੀਤੀ ਪਾਸੇ ਤੇ ਦੂਜੀ ਜਿਹੜੀ ਇੱਕ ਕਿਸਾਨੀ ਰਾਜਨੀਤੀ ਆ ਉਹ ਦੂਜੇ ਪਾਸੇ ਤੁਰੂਗੀ। ਹੁਣ ਬਹੁਤ ਸਾਰੇ ਲੋਕ ਇਹ ਤੇ ਮੰਥਨ ਕਰਦੇ ਕਹਿੰਦੇ ਆ ਕਿ ਇਦਾਂ ਕਿਸਾਨੀ ਨੂੰ ਜਿੱਤ ਨਹੀਂ ਮਿਲਣੀ, ਪਰ ਬਹੁਤ ਸਾਰੇ ਲੋਕ ਜਿਹੜੇ ਵਿਸ਼ਲੇਸ਼ਕ ਨੇ ਉਹ ਕਹਿੰਦੇ ਆ ਕਿ ਜੇਕਰ 117 ਸੀਟਾਂ ਤੇ ਕਿਸਾਨੀ ਜਥੇਬੰਦੀ ਬਣਾ ਕੇ ਤੇ ਇਲੈਕਸ਼ਨ ਲੜ ਜਾਂਦੀ ਹੈ, ਤੇ 5 ਤੋਂ 10,000 ਵੋਟ ਉਹ ਕਿਤੇ ਨਹੀਂ ਜਾਂਦੀ, ਵੀ ਉਹ ਸਾਰੇ ਲੈ ਕੇ ਜਾਣਗੇ। ਜਿਸ ਤਰ੍ਹਾਂ ਦੀ ਕੰਪੇਨ ਹੋਈ ਆ ਤੇ ਜਿਸ ਤਰ੍ਹਾਂ ਦਾ ਲੋਕ ਜਾਗਰੂਕ ਹੋਏ ਆ ਤੇ ਜਿਵੇਂ ਉਹ ਜੁੜੇ ਹੋਏ ਆ ਕਿਸਾਨੀ ਨਾਲ। ਭਾਸਕਰ ਸਾਹਿਬ, ਦਿਲਚਸਪ ਹੋਊ, ਤੁਸੀਂ ਆਪਣੀ ਰਾਏ ਮੈਨੂੰ ਦਿਓ ਇਹਦੇ ਤੇ, ਕਿ ਜੇ 10-10 ਹਜ਼ਾਰ ਵੋਟ ਕਿਸਾਨਾਂ ਦੇ ਨੁਮਾਇੰਦੇ ਲੈ ਗਏ, ਉਹ 10,000 ਵੋਟ ਕਿਹਦੀ ਜੇਬ ਚੋਂ ਜਾਊਗੀ, ਉਹਦੇ ਵਿੱਚ ਕਿਹਨੂੰ ਫਾਇਦਾ ਹੋਊਗਾ? ਕਿਸਾਨ ਜਥੇਬੰਦੀਆਂ ਦੇ ਕੁਝ ਨੁਮਾਇੰਦੇ ਜਿੱਤ ਕੇ ਵਿਧਾਨ ਸਭਾ 'ਚ ਵੀ ਆ ਜਾਣਗੇ, ਤਾਂ ਫਿਰ ਕਾਂਗਰਸ ਔਰ ਅਕਾਲੀ ਦਲ ਦੋਨੇ ਹੀ ਜਿਹੜੀ ਐਗਰੀਕਲਚਰ ਵੋਟ ਹੈਗੀ ਆ, ਕਿਸਾਨੀ ਵੋਟ ਆ, ਉਹਦੇ ਨਾਲ ਜੁੜੇ ਹੋਏ ਆ। ਅਕਾਲੀ ਦਲ ਜ਼ਿਆਦਾ ਲਾ ਲਓ ਤੁਸੀਂ, ਤੇ ਕਾਂਗਰਸ ਉਹਦੇ ਨਾਲ 2% ਘੱਟ ਹੋਊਗੀ, ਇਹਨਾਂ ਤੇ ਕਿੰਨੇ ਪ੍ਰਤੀਸ਼ਤ ਮਾਰ ਵੱਜੂਗੀ, ਤੇ ਫਿਰ ਪੰਜਾਬ ਦੀ ਅਸੈਂਬਲੀ ਦਾ ਦ੍ਰਿਸ਼ ਕੀ ਹੋਊਗਾ, ਸੀਟ ਵਿਧਾਨ ਸਭਾ ਦੇ ਵਿੱਚ ਸੀਟਾਂ ਦੇ ਲਿਹਾਜ਼ ਨਾਲ, ਕਿ ਕੌਣ ਪਾਰਟੀ ਕਿੰਨੀਆਂ ਸੀਟਾਂ ਤੇ ਆ ਕੇ ਖਲੋਊਗੀ। ਹੰਗ ਅਸੈਂਬਲੀ ਤਦ ਬਹੁਤ ਜਾਇਜ਼ ਸੋਚੀ ਜਾ ਸਕਦੀ ਹੈ, ਜੇ ਕਿਸਾਨ ਆ ਜਾਂਦੇ ਫਿਰ ਕੀ ਹੋਣ ਵਾਲਾ ਹੈ? ਸਭ ਤੋਂ ਪਹਿਲੇ ਤੇ ਰੰਧਾਵਾ ਜੀ, ਜਿਹੜੀ ਤੁਸੀਂ ਗੱਲ ਕੀਤੀ ਫਤਿਹ ਮਾਰਚ ਦੀ, ਜਦ ਤੁਸੀਂ ਇਹ ਗੱਲ ਕਰ ਰਹੇ ਸੀ, ਮੇਰੀ ਅੱਖਾਂ ਦੇ ਸਾਹਮਣੇ ਉਹ ਸੀਨ ਬਣ ਰਿਹਾ ਸੀ। ਜੇ ਵਾਕਈ ਯੂਨਾਈਟਿਡ ਹੋ ਕੇ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਤੁਰ ਕੇ ਫਤਿਹ ਮਾਰਚ ਕੱਢਦੇ ਨੇ, ਔਰ ਪੰਜਾਬ ਦੀ ਹਰ ਕੌਂਸਟੀਚੁਐਂਸੀ ਦੇ ਵਿੱਚ, ਹਰ ਪਿੰਡ ਦੇ ਵਿੱਚ ਉਹ ਫਤਿਹ ਮਾਰਚ ਹੁੰਦੀ ਹੋਈ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੀ ਹੈ, ਤੇ ਇੱਕ ਵੱਖਰਾ ਹੀ ਪੋਲੀਟੀਕਲ ਸੀਨ ਪੰਜਾਬ ਦਾ ਬਣ ਸਕਦਾ ਹੈ। ਦਿੱਕਤ ਕਿਸਾਨੀ ਮੋਰਚੇ ਦੀ ਜਾਂ ਸੰਯੁਕਤ ਕਿਸਾਨ ਮੋਰਚੇ ਦੀ ਇਹ ਹੋਵੇ ਕਿ ਉਹ ਆਪਸ ਵਿੱਚ ਹੀ ਇਕੱਠੇ ਨਹੀਂ। ਤੁਹਾਨੂੰ ਯਾਦ ਹੋਏਗਾ, ਜਦ ਭੁੱਖ ਹੜਤਾਲ ਕਰਨ ਦਾ ਫੈਸਲਾ ਸ਼ੁਰੂ 'ਚ ਲਿੱਤਾ ਗਿਆ ਸੀ ਅੰਦੋਲਨ ਦੇ, ਤਦ ਉਗਰਾਹਾ ਸਾਹਿਬ ਨੇ ਵੱਖਰੀ ਰਾਹ ਚੁਣੀ ਸੀਗੀ, ਚੜੂਨੀ ਸਾਹਿਬ ਵੱਖਰੇ ਪਹਿਲੇ ਹੀ ਤੁਰ ਰਹੇ ਨੇ, ਔਰ ਕਈ ਇੱਦਾਂ ਦੇ ਲੀਡਰ ਹੈਗੇ ਨੇ ਜਿਹੜੀ ਆਪਣੀ ਰਾਜਨੀਤੀ ਨੂੰ ਚਮਕਾਉਣ ਦੀ ਗੱਲ ਕਰਦੇ ਨੇ। ਹੁਣ ਸਭ ਤੋਂ ਵੱਡਾ ਚੈਲੰਜ ਕਿਸਾਨਾਂ ਦੇ ਸਾਹਮਣੇ ਹੈਗਾ ਕਿ ਜਦ ਤੱਕ ਇਹ ਮੋਰਚਾ ਦਿੱਲੀ ਤੇ ਬਾਰਡਰਾਂ ਤੇ ਚੱਲ ਰਿਹਾ ਹੈ ਤੇ ਉਹ ਯੂਨਾਈਟਿਡ ਫਿਰ ਵੀ ਨਜ਼ਰ ਆਉਂਦੇ ਨੇ, ਪਰ ਕੀ ਉਹ ਯੂਨਾਈਟਿਡ ਰਹਿਣਗੇ? ਜੇ ਉਹ ਯੂਨਾਈਟਿਡ ਰਹਿ ਸਕਦੇ ਨੇ ਤੇ ਫਿਰ ਇਹ ਫਤਿਹ ਮਾਰਚ ਔਰ ਪੰਜਾਬ ਦਾ ਪੋਲੀਟੀਕਲ ਸੀਨ ਬੜੀ ਜ਼ਬਰਦਸਤ ਤਰੀਕੇ ਨਾਲ ਪ੍ਰਭਾਵਿਤ ਹੋ ਸਕਦਾ ਹੈ। ਹੁਣ ਉਹ ਅਦਮਨੇ ਮਨ ਨਾਲ ਇਲੈਕਸ਼ਨ ਨਹੀਂ ਲੜਨਾ ਪੈਣਾ, ਫਿਰ ਪੂਰੇ ਜ਼ੋਰ ਨਾਲ ਲੜਨਾ ਪੈਣਾ ਹੈ, ਔਰ ਅਗਰ ਪੂਰੇ ਜ਼ੋਰ ਨਾਲ ਕਿਸਾਨ ਇਲੈਕਸ਼ਨ ਲੜਨ ਤੇ ਉਹਨਾਂ ਨੂੰ ਫਾਇਦਾ ਹੋਏਗਾ ਹੀ ਹੋਏਗਾ। ਕੁਝ ਲੋਕ ਇਸ ਇਕੁਏਸ਼ਨ ਨੂੰ ਇਸ ਤਰੀਕੇ ਨਾਲ ਵੀ ਦੇਖਦੇ ਨੇ ਕਿ ਜੇ ਕਿਸਾਨ ਇਲੈਕਸ਼ਨ ਲੜਦੇ ਨੇ, ਕਿਉਂਕਿ ਕਿਸਾਨਾਂ ਨੂੰ ਅੱਜ ਦੇ ਦੌਰ ਦੇ ਵਿੱਚ ਭਾਜਪਾ ਦਾ ਵਿਰੋਧੀ ਗੁੱਟ ਸਮਝਿਆ ਜਾਂਦਾ ਹੈ, ਤੇ ਐਦਾਂ ਕਰਕੇ ਜੇ ਭਾਜਪਾ ਨੂੰ ਤੇ ਉਹਨਾਂ ਦੇ ਵੋਟ ਉਦਾਂ ਵੀ ਨਹੀਂ ਜਾਣੇ ਸੀਗੇ, ਉਹ ਅਕਾਲੀ ਦਲ, ਕਾਂਗਰਸ ਜਾਂ ਹੋਰ ਪਾਰਟੀਆਂ ਦੇ ਵੋਟ ਕੱਟ ਦਿੰਦੇ ਨੇ, ਔਰ ਭਾਜਪਾ ਜਿਹੜਾ ਹਿੰਦੂ ਵੋਟ ਦਾ ਅਧਿਕਾਰ ਰੱਖਣ ਦਾ ਕਲੇਮ ਕਰਦਾ ਹੈ, ਤੇ ਕਿਸੇ ਨਾ ਕਿਸੇ ਜਗ੍ਹਾ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ।
ਇਹ ਫਤਿਹ ਮਾਰਚ, ਇਹ ਕਿਸਾਨੀ ਯੂਨੀਅਨ, ਆ ਕਿਸਾਨ ਦਾ ਇਲੈਕਸ਼ਨਾਂ ਦੇ ਵਿੱਚ ਉਤਰਨਾ ਬੇਸਿਕਲੀ ਭਾਜਪਾ ਦੇ ਖਿਲਾਫ ਲੜਾਈ ਲੜਨ ਵਾਸਤੇ ਹੋਣਾ ਹੈ ਔਰ ਆਪਣੀ ਸਰਕਾਰ ਬਣਾਉਣ ਵਾਸਤੇ ਹੋਣਾ ਹੈ। ਤੇ ਕਿਤੇ ਆਪਾਂ ਕੋਈ ਐਦਾਂ ਦੀ ਚੂਕ ਨਾ ਕਰ ਦਈਏ ਕਿ ਜਿਹਦਾ ਅਸੀਂ ਵਿਰੋਧ ਕਰਦੇ ਸੀ ਦਿੱਲੀ ਦੇ ਬਾਰਡਰਾਂ ਤੇ, ਉਹਦੀ ਸਰਕਾਰ, ਉਹਦੀ ਪੋਲੀਟੀਕਲ ਚੜ੍ਹਤ ਨੂੰ ਅਸੀਂ ਇੱਕ ਤਰੀਕੇ ਨਾਲ ਉਹਦੇ ਸਪੋਰਟਰ ਕਹਿਲਾਈਏ ਪੰਜਾਬ ਦੇ ਵਿੱਚ। ਇਹ ਗੱਲ ਦੇਖਣੀ ਹੋਏਗੀ। ਜਿੱਥੇ ਮੈਂ ਇਹ ਗੱਲ ਕਹਿਣਾ ਕਿ ਅਦਮਨੇ ਮਨ ਨਾਲ, ਯਾਨੀ ਅਗਰ ਤੁਹਾਡੇ ਅੰਦਰ ਯੂਨਿਟੀ ਨਹੀਂ ਹੈ ਔਰ ਤੁਸੀਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦਾ ਰੁਖ ਦੇਖ ਰਹੇ ਹੋ, ਭਾਵੇਂ ਫਾਈਨੈਂਸ਼ੀਅਲ ਤੌਰ ਤੇ ਜਾਂ ਫਿਰ ਆਪਣੀ ਜਿਹੜੀ ਪੋਲੀਟੀਕਲ ਸਪੋਰਟ ਵਾਸਤੇ, ਫਿਰ ਇਹ ਮੋਰਚਾ ਜਿੰਨਾ ਕੁ ਦਿੱਲੀ ਦੇ ਬਾਰਡਰਾਂ ਦੇ ਉੱਤੇ ਮਜ਼ਬੂਤ ਨਜ਼ਰ ਆਉਂਦਾ ਸੀ, ਉਨਾ ਹੀ ਹੈ ਪੰਜਾਬ ਦੇ ਵਿੱਚ ਕਮਜ਼ੋਰ ਨਜ਼ਰ ਆਏਗਾ। ਕਵਾਇਦ ਅੱਛੀ ਹੈ, ਹੋਣਾ ਚਾਹੀਦਾ ਇੱਦਾਂ। ਕਿਸਾਨਾਂ ਨੂੰ ਹੱਕ ਹੈਗਾ ਕਿ ਆਪਣੀ ਸਰਕਾਰ ਬਣਾਉਣ ਵਾਸਤੇ ਇੱਕ ਕਵਾਇਦ ਸ਼ੁਰੂ ਕਰਨ, ਪਰ ਉਹ ਕਵਾਇਦ ਅਗਰ ਵਿੱਚੋਂ ਹੀ ਢੇਰੀ ਢੇਰ ਹੋ ਗਈ ਤੇ ਨੁਕਸਾਨ ਹੋਏਗਾ ਉਸ ਜਿੱਤੀ ਹੋਈ ਲੜਾਈ ਤੋਂ ਬਾਅਦ ਹਾਰਨ ਦਾ। ਇਹ ਗੱਲ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ, ਕਿਉਂਕਿ ਪੋਲੀਟੀਕਲ ਸਮੀਕਰਨ ਨੂੰ ਤੇ ਪੰਜਾਬ ਦੇ ਵਿੱਚ ਕਿਸਾਨ ਚੇਂਜ ਕਰ ਸਕਦੇ ਨੇ। ਕਿਉਂਕਿ ਅਕਾਲੀ ਦਲ ਦਾ ਨਾਂ ਤੁਸੀਂ ਲੈ ਚੁੱਕੇ ਹੋ ਕਿ ਅਕਾਲੀ ਦਲ ਮੇਨਲੀ ਉਹ ਕਿਸਾਨਾਂ ਨਾਲ ਜੁੜੀ ਹੋਈ ਪਾਰਟੀ ਹੈਗੀ ਹੈ ਔਰ ਉਹਨਾਂ ਦਾ ਤਕਰੀਬਨ ਸਾਰਾ ਵਿੰਗ, ਉਹਦੇ ਵਿੱਚ ਬਹੁਤੇ ਕਿਸਾਨ ਹੈਗੇ ਨੇ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨੀ ਨਾਲ ਜੁੜੇ ਹੋਏ ਨੇ। ਨੁਕਸਾਨ ਸਾਰਾ ਆਮ ਅਕਾਲੀ ਦਲ ਦਾ ਕਾਫੀ ਜ਼ਿਆਦਾ ਹੋ ਸਕਦਾ ਹੈ, ਬੀਜੇਪੀ ਨੂੰ ਇਹਦਾ ਫਾਇਦਾ ਹੋ ਸਕਦਾ ਹੈ। ਨੁਕਸਾਨ ਤੇ ਇਹਨਾਂ ਨੂੰ ਵੀ ਹੋਏਗਾ, ਕਾਂਗਰਸ ਨੂੰ, ਜਿਹੜੇ ਰੂਲਿੰਗ ਪਾਰਟੀ ਹੈਗੀ ਹੈ। ਪਰ ਤੁਸੀਂ ਅਗਰ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਰਾਜਨੀਤੀ ਉਤਰਨਾ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਕੋਈ ਬਹੁਤੀ ਵਧੀਆ ਗੱਲ ਉਹਨਾਂ ਵਾਸਤੇ ਵੀ ਨਹੀਂ ਹੋਣੀ। ਹਾਂ, ਜੇ ਯੂਨਾਈਟਿਡ ਹੋ ਕੇ ਇਲੈਕਸ਼ਨ ਲੜਦੇ ਨੇ ਔਰ ਬੜੇ ਪੁਰਜ਼ੋਰ ਤਰੀਕੇ ਨਾਲ ਇਲੈਕਸ਼ਨ ਦੇ ਵਿੱਚ ਆਉਂਦੇ ਨੇ, ਫਿਰ ਉਹਨਾਂ ਨੂੰ ਫਾਇਦਾ ਹੋ ਸਕਦਾ 10-10 ਹਜ਼ਾਰ ਵੋਟਾਂ। ਕਿਉਂਕਿ ਜਦ ਅਸੀਂ ਪੰਜਾਬ ਦੀ ਪੋਲਿਟਿਕਸ ਨੂੰ ਡਿਸਕਸ ਕਰਦੇ ਹਾਂ ਨਾ ਕਿ ਬਸਪਾ ਨਾਲ ਅਗਰ ਅਕਾਲੀ ਦਲ ਦਾ ਅਲਾਈਅੰਸ ਹੋਇਆ, ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਅਗਰ ਪਿਛਲੇ ਇਲੈਕਸ਼ਨ ਦੇ ਵਿੱਚ ਫਲਾਨੀ ਕਨਸਟੀਚੁਐਂਸੀ ਦੇ ਵਿੱਚ ਬਸਪਾ ਨੂੰ ਇੰਨੇ ਵੋਟ ਮਿਲੇ ਸੀਗੇ ਤੇ ਇੰਨੀ ਵੋਟਾਂ ਦਾ ਵਾਧਾ ਅਕਾਲੀ ਦਲ ਨੂੰ ਹੋ ਗਿਆ। ਗੱਲ ਏਦਾਂ ਨਹੀਂ ਹੁੰਦੀ। ਉਹ ਵੋਟ ਉੱਥੇ ਹੀ ਨਹੀਂ ਖੜਦਾ, ਉਹ ਵੋਟ ਕਈ ਵਾਰ ਡਿਵਾਈਡ ਹੋ ਜਾਂਦਾ ਹੈ ਤੇ ਡਿਵਾਈਡ ਹੋ ਕੇ ਕਿਸੇ ਪਾਰਟੀ ਨੂੰ ਫਾਇਦਾ ਦਿੰਦਾ ਤੇ ਕਿਸੇ ਨੂੰ ਨੁਕਸਾਨ ਦਿੰਦਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਆਪਣੀ ਵੱਖਰੀ ਪਾਰਟੀ ਬਣਾ ਕੇ ਭਾਜਪਾ ਦੇ ਨਾਲ ਸੀਟ ਐਡਜਸਟਮੈਂਟ ਦੀ ਗੱਲ ਕਰਦੇ ਨੇ ਔਰ ਤੁਹਾਡੀ ਗੱਲ ਹੀ ਮੈਨੂੰ ਬਹੁਤ ਯਾਦ ਹੈਗੀ ਹੈ ਜਦ ਬਾਦਲ ਸਾਹਿਬ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਪਾਰਟੀ ਨਹੀਂ ਬਣਾਉਣੀ ਚਾਹੀਦੀ, ਕਿਉਂਕਿ ਜਦ ਮਨਪ੍ਰੀਤ ਬਾਦਲ ਉਹਨਾਂ ਨੇ ਵੱਖਰੀ ਪਾਰਟੀ ਬਣਾ ਕੇ ਇਲੈਕਸ਼ਨ ਲੜਿਆ ਸੀਗਾ ਤੇ ਉਹਦਾ ਫਾਇਦਾ ਅਕਾਲੀ ਦਲ ਨੂੰ ਹੋਇਆ ਸੀਗਾ। ਏਦਾਂ ਹੀ ਅਗਰ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਬਣਾ ਕੇ ਭਾਜਪਾ ਦੇ ਨਾਲ ਸੀਟ ਐਡਜਸਟਮੈਂਟ ਕਰਕੇ ਇਲੈਕਸ਼ਨ ਲੜਦੇ ਨੇ ਤੇ ਕਿਤੇ ਇਹਦਾ ਫਾਇਦਾ ਕਾਂਗਰਸ ਨੂੰ ਹੀ ਨਾ ਹੋ ਜਾਏ, ਜਿਹਨੂੰ ਕੈਪਟਨ ਅਮਰਿੰਦਰ ਸਿੰਘ ਹਰਾਮ ਦੀ ਗੱਲ ਕਰਦੇ ਨੇ। ਤੇ ਕਈ ਵਾਰ ਤੁਸੀਂ ਜਦ ਟੇਬਲ ਤੇ ਪੋਲਿਟਿਕਸ ਨੂੰ ਡਿਸਕਸ ਕਰਦੇ ਹੋ, ਉਹ ਐਕਚੁਅਲ ਗਰਾਊਂਡ ਤੇ ਬਿਲਕੁਲ ਡਿਫਰੈਂਟ ਹੁੰਦੀ ਹੈ, ਉਹਦੇ ਰਿਜ਼ਲਟ ਬੜੇ ਡਿਫਰੈਂਟ ਹੁੰਦੇ ਆ ਔਰ ਉਹਨਾਂ ਡਿਫਰੈਂਟ ਰਿਜ਼ਲਟਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਇਹ ਗਲਤੀ ਕਿਉਂ ਕੀਤੀ। ਪਰ ਇੱਦਾਂ ਦਾ ਹੀ ਕੁਝ ਅਸੀਂ ਕਿਸਾਨਾਂ ਦੇ ਬਾਰੇ 'ਚ ਵੀ ਕਹਿ ਸਕਦੇ ਹਾਂ। ਜੇ ਇਲੈਕਸ਼ਨ ਲੜਨੇ ਆ, ਸੋਚ ਸਮਝ ਕੇ, ਵਧੀਆ ਤਰੀਕੇ ਨਾਲ, ਪੂਰੇ ਜ਼ੋਰ ਨਾਲ, ਯੂਨਿਟੀ ਨਾਲ ਲੜਨਾ ਹੋਏਗਾ। ਨਹੀਂ ਤੇ ਇਹ ਕਿਸੇ ਨਾ ਕਿਸੇ ਧਿਰ ਦੇ ਇੱਕ ਸਪੋਰਟਰ ਔਰ ਹਿੱਸੇਦਾਰ ਬਣ ਕੇ ਰਹਿ ਜਾਣਗੇ ਔਰ ਜਿਹੜਾ ਕਿਸਾਨੀ ਦਾ ਫਾਇਦਾ ਕਰਨ ਦੀ ਗੱਲ ਇਹਨਾਂ ਦੀ ਹੈਗੀ ਹੈ। ਅੱਜ ਕਿਸਾਨਾਂ ਦੀ ਸਪੋਰਟ ਸਾਰੀ ਪੋਲੀਟੀਕਲ ਪਾਰਟੀ ਸਿਰਫ ਇਸ ਕਰਕੇ ਕਰ ਰਹੀ ਹੈ, ਆਪੋਜੀਸ਼ਨ ਪਾਰਟੀਆਂ, ਕਿਉਂਕਿ ਉਹ ਯੂਨਾਈਟਿਡ ਨੇ। ਜਦ ਉਹ ਯੂਨਾਈਟਿਡ ਨਜ਼ਰ ਨਹੀਂ ਆਏ ਤੇ ਉਹ ਫਾਇਦਾ ਜਿਹਦੀ ਅਸੀਂ ਆਸ ਕਰਦੇ ਹਾਂ ਉਹ ਬਿਲਕੁਲ ਨਹੀਂ ਮਿਲਣਾ, ਬਲਕਿ ਨੁਕਸਾਨ ਹੋ ਜਾਣਾ। ਭਾਸਕਰ ਸਾਹਿਬ, ਜਿਹੜੀਆਂ ਸਿਆਸੀ ਪਾਰਟੀਆਂ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਦਾ ਦਮ ਭਰਦੀਆਂ, ਦਿਖਾਵਾ ਕਰਦੀਆਂ, ਉਹਨਾਂ ਦੀ ਅਣਸਰ ਦੀ ਲੋੜ ਆ, ਮਜਬੂਰੀ ਆ। ਉਹ ਡਰਦੀਆਂ ਨੇ ਕਿਸਾਨ ਏਕੇ ਤੋਂ, ਉਹ ਡਰਦੀਆਂ ਨੇ ਕਿਸਾਨਾਂ ਦੀ ਤਾਕਤ ਤੋਂ, ਉਹ ਡਰਦੀਆਂ ਨੇ ਵਿਰੋਧ ਤੋਂ। ਕਿਉਂਕਿ ਪੰਜਾਬ ਦੇ ਵਿੱਚ ਜਿਹਨੇ ਕਿਸਾਨੀ ਦਾ ਵਿਰੋਧ ਕੀਤਾ ਜਾਂ ਜਿਹੜਾ ਕਿਸਾਨੀ ਦੇ ਹੱਕ ਵਿੱਚ ਭੁਗਤਦਾ ਦਿਸਦਾ ਨਹੀਂ, ਉਹਨੂੰ ਆਈਸੋਲੇਟ ਹੋਣਾ ਪਿਆ, ਆਈਸੋਲੇਸ਼ਨ ਹੰਡਾਉਣੀ ਪਈ, ਉਹਨੂੰ ਹਾਸ਼ੀਏ ਤੇ ਧੱਕਤਾ ਗਿਆ। ਔਰ ਇਹੀ ਅਕਾਲੀ ਦਲ ਦੀ ਵੀ ਅਣਸਰ ਦੀ ਲੋੜ ਸੀ ਜਦੋਂ ਉਹਨਾਂ ਅਸਤੀਫੇ ਦਿੱਤੇ। ਇਹ ਕੋਈ ਕੁਰਬਾਨੀਆਂ ਨਹੀਂ, ਇਹ ਉਹ ਚੀਜ਼ਾਂ ਨੇ ਜਿਹੜੀਆਂ ਮਜਬੂਰੀ ਚੋਂ ਨਿਕਲੀਆਂ। ਖੈਰ, ਜਿਹੜੀ ਮੈਂ ਇੱਕ ਚੀਜ਼ ਸਾਫ਼ ਕਰ ਦਿਆਂ ਕਿ ਜੋ ਮੈਂ ਫਤਿਹ ਮਾਰਚ ਦੀ ਗੱਲ ਕਰ ਰਿਹਾ, ਇਹ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਹੈ। ਇਹ ਟੋਟਲ ਮੇਰਾ ਬ੍ਰੇਨ ਚਾਈਲਡ ਆ ਕਿ ਜੇ ਮੈਂ ਕਿਸਾਨ ਆਗੂ ਹੋਵਾਂ ਤੇ ਇੱਕ ਫਤਿਹ ਮਾਰਚ ਮੈਂ ਜ਼ਰੂਰ ਚਾਹੂੰਗਾ ਕਿ ਇੱਕ ਫਤਿਹ ਮਾਰਚ ਹੋਵੇ, ਉਹ ਦਿੱਲੀ ਤੋਂ ਪੰਜਾਬ ਦੇ ਹਰ ਕੋਨੇ ਤੱਕ ਪਹੁੰਚੇ। ਇੱਕ ਜਾਗਰੂਕਤਾ, ਇੱਕ ਚੇਤਨਾ, ਇਹ ਸਾਰੀਆਂ ਚੀਜ਼ਾਂ ਵਾਪਰ ਸਕਦੀਆਂ। ਇਹਦੇ 'ਚ ਕੋਈ ਸਾਡੇ ਕੋਲ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਕਿ ਕਿਸਾਨ ਕੋਈ ਪਲਾਨ ਕਰ ਰਿਹਾ, ਪਰ ਸਾਡੇ ਕੋਲ ਇਹ ਇਨਫੋਰਮੇਸ਼ਨ ਪੱਕੀ ਆ ਕਿ ਕਿਸਾਨ ਜਥੇਬੰਦੀਆਂ ਦੇ ਬਹੁਤ ਸਾਰੇ ਆਗੂ ਇਸ ਗੱਲ ਤੇ ਵਜਿੱਦ ਨੇ ਹੁਣ ਕਿ ਲੋਕਾਂ ਨੂੰ ਅਸੀਂ ਕਹਿੰਦੇ ਰਹੇ ਹਾਂ
ਕਿ ਅਸੀਂ ਇਹ ਮੋਰਚਾ ਜਿੱਤਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਚਾਹਾਂਗੇ। ਸੋ ਇਹ ਬੜਾ ਵੱਡਾ ਸਵਾਲ ਆ। ਬੱਬੂ ਮਾਨ ਦੇ ਮੈਨੂੰ ਲਫ਼ਜ਼ ਯਾਦ ਆਉਂਦੇ, ਉਹ ਕਹਿੰਦਾ ਦਿੱਲੀ ਤਾਂ ਜਿੱਤ ਲਈ, ਪੰਜਾਬ ਹੁਣ ਬਾਕੀ ਆ। ਪੰਜਾਬ ਜਿੱਤਣਾ ਇਲੈਕਸ਼ਨ ਨਾਲ ਹੈ, ਪੰਜਾਬ ਦੇ ਉੱਤੇ ਕੋਈ ਕਬਜ਼ਾ ਵੋਟਾਂ ਤੋਂ ਬਿਨਾਂ, ਸਿਰਾਂ ਤੋਂ ਬਿਨਾਂ ਸੰਭਵ ਨਹੀਂ, ਤੇ ਪੰਜਾਬ ਤੇ ਜਿਹਦਾ ਵੀ ਕਬਜ਼ਾ ਹੋਊਗਾ ਆਪਣੀਆਂ ਨੀਤੀਆਂ ਲਾਗੂ ਕਰ ਸਕਦਾ। ਭਾਸਕਰ ਸਾਹਿਬ, ਮੇਰਾ ਸਿੱਧਾ ਜਿਹਾ ਸਾਫ਼ ਜਿਹਾ ਮੰਨਣਾ ਹੈ ਕਿ ਕਿਸਾਨ ਜਥੇਬੰਦੀਆਂ ਕਿਸੇ ਵੀ ਧਿਰ ਨਾਲ ਜੇ ਜੁੜਦੀਆਂ ਤਾਂ ਉਹ ਮਹਿਜ 2 4 5 ਟਿਕਟਾਂ ਤੱਕ ਸੀਮਤ ਹੋਣਗੀਆਂ। ਮੰਨ ਲਓ ਰਾਜੇਵਾਲ ਜੇਕਰ ਆਮ ਆਦਮੀ ਪਾਰਟੀ ਦਾ ਚਿਹਰਾ ਵੀ ਬਣ ਜਾਂਦੇ ਆ ਤਾਂ ਸਾਰੀ ਦੀ ਸਾਰੀ ਤਾਕਤ ਕੇਜਰੀਵਾਲ ਕੋ ਹੋਊਗੀ। ਰਾਜੇਵਾਲ ਮਹਿਜ ਇੱਕ ਚਿਹਰਾ ਹੋਣਗੇ, ਵੱਧ ਤੋਂ ਵੱਧ 10 ਸੀਟਾਂ 10 ਟਿਕਟਾਂ ਦਬਾ ਸਕਣਗੇ। ਇਸ ਗੱਲ ਦਾ ਰਾਜੇਵਾਲ ਨੂੰ ਪਤਾ ਹੈ। ਜੋਗਿੰਦਰ ਯਾਦਵ ਜਿਹੜੇ ਕਿ ਅਰਵਿੰਦ ਕੇਜਰੀਵਾਲ ਨੂੰ ਸ਼ਾਇਦ ਸਭ ਤੋਂ ਹੀ ਜ਼ਿਆਦਾ ਜਾਣਦੇ ਆ, ਪ੍ਰਸ਼ਾਂਤ ਭੂਸ਼ਣ, ਅਰਵਿੰਦ ਕੇਜਰੀਵਾਲ, ਉਹ ਰਾਜੇਵਾਲ ਦੇ ਅੱਜ ਕੱਲ੍ਹ ਬੜੇ ਨੇੜੇ ਨੇ, ਪਿਛਲੇ ਕਾਫੀ ਦੇਰ ਤੋਂ ਨੇੜੇ ਆ। ਸੋ ਰਾਜੇਵਾਲ ਨੂੰ ਕੇਜਰੀਵਾਲ ਦੀ ਅਸਲੀਅਤ ਪਤਾ ਹੋਊਗੀ, ਸੁਭਾਅ ਦਾ ਵੀ ਪਤਾ ਹੋਊਗਾ, ਵਰਤੋਂ ਤੇ ਵਸਾਰ ਦਿਓ ਦੀ ਨੀਤੀ ਦਾ ਵੀ ਪਤਾ ਹੋਏਗਾ। ਇਸੇ ਕਰਕੇ ਰਾਜੇਵਾਲ ਨੇ ਕਦੇ ਕਦੇ ਹਾਮੀ ਭਰੀ ਹੀ ਨਹੀਂ ਕਿ ਮੈਂ ਆਮ ਆਦਮੀ ਪਾਰਟੀ ਦਾ ਚਿਹਰਾ ਬਣ ਜਾ ਰਿਹਾ। ਸੋ ਜੇਕਰ ਤੁਸੀਂ ਅੱਜ ਦੇ ਦਿਨ 'ਚ ਦੇਖੋਗੇ ਤਾਂ ਸੁਖਬੀਰ ਬਾਦਲ ਕਿਸੇ ਹੋਰ ਨੂੰ ਕਿਉਂ ਲੀਡ ਕਰਨ ਦੇਊਗਾ, ਤੇ ਰਾਜੇਵਾਲ ਵਰਗਾ ਬੰਦਾ ਕਿਸੇ ਦੇ ਪਿੱਛੇ ਜਾ ਕੇ ਹੁਣ ਟਿਕਟ ਲੈ ਕੇ ਆਪਣੇ ਤੇ ਕਾਲਖੀ ਲਵਾਉਣ ਵਾਲੀ ਗੱਲ। ਕੋਈ ਵੀ ਹੋਰ ਲੀਡਰ ਕਿਸੇ ਦੂਜੀ ਪਾਰਟੀ 'ਚ, ਚਲੋ ਦੂਜੀ ਕਤਾਰ ਦਾ ਜਾਂ 32 ਦੇ ਵਿੱਚੋਂ 5-7 ਕਾਂਗਰਸ ਜਾਂ ਅਕਾਲੀ ਦਲ ਵੱਲੋਂ ਟਿਕਟ ਲੈ ਵੀ ਜਾਣ, ਕੋਈ ਵੱਡੀ ਗੱਲ ਨਹੀਂ, ਪਰ ਉਹਨਾਂ ਦਾ ਵਜੂਦ ਕੀ ਹੋਊਗਾ, ਉਹਨਾਂ ਦੇ ਜਿੱਤਣ ਦੀ ਗਰੰਟੀ ਕੌਣ ਦੇਊਗਾ? ਲੋਕ ਇਹ ਵੀ ਕਹਿਣਗੇ ਕਿ ਤੁਸੀਂ ਤਾਂ ਫਿਰ ਇਹ ਟਿਕਟਾਂ ਲੈਣ ਦੀ ਖਾਤਰ ਇਹ ਜੰਗ ਲੜਿਆ, ਤੁਸੀਂ ਨਕੈਸ਼ ਕਰ ਰਹੇ ਹੋ। ਤੁਸੀਂ ਜਦੋਂ ਦੂਜਿਆਂ ਨੂੰ ਕਹਿੰਦੇ ਸੀ, ਜਦੋਂ ਤੁਸੀਂ ਜਿਹੜੀ ਉਹ ਲੜਕੀ ਸੀਗੀ ਐਕਟਰੈਸ ਮਾਨ, ਕੀ ਨਾਂ ਸੀ ਉਹਦਾ, ਸੋਨੀਆ ਮਾਨ, ਜਦੋਂ ਤੁਸੀਂ ਉਹਦਾ ਵਿਰੋਧ ਕਰ ਰਹੇ ਸੀ, ਕਿਸ ਆਧਾਰ ਤੇ ਕਰ ਰਹੇ ਸੀ? ਜਦੋਂ ਤੁਸੀਂ ਆਪ ਇਸ ਸਲਾਹ ਤੇ ਜਾਣਾ ਸੀ। ਉਹ ਕਹਿਣਗੇ ਕਿ ਅਸੀਂ ਤਾਂ ਇਹ ਜੰਗ ਜਿੱਤਣ ਤੋਂ ਬਾਅਦ, ਅੰਦੋਲਨ ਜਿੱਤਣ ਤੋਂ ਬਾਅਦ ਜਾ ਰਹੇ ਹਾਂ। ਖੈਰ, ਇਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਇਕੱਠੇ ਆ ਉਦੋਂ ਹੀ ਸਾਡੀ ਵੁਕਤ ਆ। ਜਦੋਂ ਅਸੀਂ ਖਿੰਡ ਗਏ 2-2 4-4 ਦੇ ਵਿੱਚ ਪਾਰਟੀਆਂ ਚਲੇ ਗਏ, ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਐਮਐਲਏ ਦੀ ਵੁਕਤ ਅੱਜ ਕੱਲ੍ਹ ਜ਼ਿਆਦਾ ਨਹੀਂ ਰਹੀ। ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਐਮਐਲਏ ਨੂੰ ਕੋਈ ਬਹੁਤ ਜ਼ਿਆਦਾ ਨਹੀਂ ਪੁੱਛਦਾ, ਉਹਦੇ ਕੋਲ ਬਹੁਤ ਜ਼ਿਆਦਾ ਤਾਕਤ ਨਹੀਂ, ਉਹ ਆਪਣੀ ਸਲਤਨਤ ਤਾਂ ਹੋਊਗੀ ਉਹਦੇ ਇਲਾਕੇ 'ਚ, ਪਰ ਇਨ ਟੋਟੈਲਿਟੀ ਜ਼ਿਆਦਾ ਵੈਲਿਊ ਨਹੀਂ। ਸੋ ਇਹ ਗੱਲ ਅੰਦਰ ਬਾਰ-ਬਾਰ ਚੱਲ ਰਹੀ ਆ ਕਿਸਾਨ ਆਗੂਆਂ ਦੇ ਕਿ ਹੁਣ ਇਸ ਤੋਂ ਅੱਗੇ ਕੀ, ਹੁਣ ਪੰਜਾਬ ਦੀ ਰਾਜਨੀਤੀ 'ਚ ਕੀ। 3 ਮਹੀਨੇ ਮਾਹੌਲ ਰਹਿਣਾ ਇਲੈਕਸ਼ਨ ਦਾ। ਸੋ ਉਹਨਾਂ ਨੂੰ ਫੈਸਲਾ 20 ਦਿਨਾਂ 'ਚ, 15 ਦਿਨਾਂ 'ਚ ਲੈਣਾ ਪੈਣਾ, ਔਰ ਵੱਡੀ ਗੱਲ ਨਹੀਂ। ਤੇ ਇਹ 32 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ, ਉਗਰਾਹਾਂ ਸ਼ਾਇਦ ਨਾਲ ਨਹੀਂ ਚੱਲਣਗੇ, ਚਡੂਨੀ ਨੂੰ ਨਾਲ ਲੈਣਾ ਹੀ ਨਹੀਂ ਚਾਹਣਗੇ ਉਹ। ਸੋ ਇਹ 32 ਜਥੇਬੰਦੀਆਂ ਹੋ ਸਕਦਾ ਪੰਜਾਬ ਦੀ ਸਿਆਸਤ ਵਿੱਚ ਉਤਰਨ ਦਾ ਮਨ ਬਣਾ ਲੈਣ, ਜਾਂ ਇਹ ਟੋਟਲ ਆਪਣੇ ਸਾਰੇ ਦੇ ਸਾਰੇ ਲੋਕਾਂ ਨੂੰ ਕਹਿ ਦੇਣ, ਕਿਸਾਨੀ ਨੂੰ, ਕਿ ਜਿੰਨੇ ਜਿੱਥੇ ਵੋਟ ਪਾਉਣੀ ਪਾਓ। ਜਾਂ ਤਾਂ ਇਹ ਬਿਲਕੁਲ ਕਿਨਾਰਾ ਕਰ ਜਾਣਗੇ, ਜਾਂ ਫਿਰ ਇਹ ਅੰਦਰ ਵੜ ਜਾਣਗੇ, ਰਾਜਨੀਤੀ ਕਰਨਗੇ। ਤੇ ਜੇ ਰਾਜਨੀਤੀ ਕਰਦੇ ਆ ਤੇ ਪੰਜਾਬ ਦੇ ਪੋਲੀਟੀਸ਼ੀਅਨਸ ਨੂੰ ਭੱਜਦੇ ਆ ਰਾਹ ਨਹੀਂ ਲੱਭਣੇ। ਇਹ ਕਿੰਨਾ ਨੁਕਸਾਨ ਕਿਹਦਾ ਕਰਨਗੇ, ਇਹਦੇ ਤੇ ਇੱਕ ਵੱਖਰੀ ਬਹਿਸ ਕਰਾ ਲਾਂਗੇ। ਬਹੁਤ ਸਾਰੇ ਵੱਡੇ ਵਿਦਵਾਨਾਂ ਨਾਲ ਆਪਾਂ ਇੱਕ ਪੈਨਲ ਤੇ ਕੱਲ ਗੱਲ ਕਰਾਂਗੇ। ਜੇ ਕਿਸਾਨ ਜਥੇਬੰਦੀਆਂ ਇਲੈਕਸ਼ਨ 'ਚ ਆਉਂਦੀਆਂ ਤੇ ਕਿਹਨੂੰ ਕਿੰਨਾ ਫਾਇਦਾ, ਕਿਹਨੂੰ ਕਿੰਨਾ ਨੁਕਸਾਨ ਹੁੰਦਾ। ਵਿਦਵਾਨ ਲੋਕ ਜਿਹੜੇ ਇਹਨਾਂ ਨੂੰ ਨੇੜਿਓਂ ਵੇਖਦੇ ਆ, ਉਹਨਾਂ ਦੀ ਰਾਏ ਜਾਣ ਲਵਾਂਗੇ, ਪਰ ਹੋਊਗਾ ਬੜਾ ਦਿਲਚਸਪ। ਸੋ ਰਸਤਾ ਇਹੀ ਬਚਿਆ ਕਿ ਜੇ ਇਹ ਜਿੱਤ ਦਾ ਪਰਚਮ ਲਹਿਰਾ ਕੇ ਪੰਜਾਬ ਵੱਲ ਆ ਕੇ ਇੱਕ ਵਾਰੀ ਸਿਆਸੀ ਪਾਰਟੀਆਂ ਨੂੰ, ਕਿਉਂਕਿ ਇਹਨਾਂ ਨੂੰ ਹੁਣ ਆਦਤ ਪਈ ਹੋਈ ਆ, ਇਹ ਸੱਜਰਾ ਮੈਦਾਨ 'ਚੋਂ ਆਏ ਨੇ, ਇਹ ਲੜਨਾ ਜਾਣ ਗਏ ਨੇ, ਇਹ ਹਰ ਦਿਨ ਘਰਾਂ ਤੋਂ ਬਾਹਰ ਰਹਿਣਾ ਸਿੱਖ ਗਏ ਨੇ। ਇਹ ਲੋਕ ਉਹ ਨੇ ਜਿਹੜੇ ਹੁਣ ਲੋਕਾਂ ਨੂੰ ਹੈਂਡਲ ਕਰਨ ਲੱਗ ਗਏ ਨੇ। ਇਹਨਾਂ ਕੋਲ ਇਹ ਵੀ ਤਜਰਬਾ ਵਸੀਹ ਆ ਕਿ ਲੋਕਾਂ ਨੂੰ ਮੈਨੇਜ ਕਿਵੇਂ ਕਰਨਾ, ਸ਼ਾਂਤਮਈ ਕਿਵੇਂ ਅੱਗੇ ਵਧਣਾ। ਇਹਨਾਂ ਨੂੰ ਇਹ ਵੀ ਪਤਾ ਹੈ ਕਿ ਕਿਸਾਨੀ ਦੇ ਨਾਂ ਤੇ ਲੋਕ ਇਸ ਵੇਲੇ ਇਕੱਠੇ ਹੋਏ ਪਏ। ਵੋਟ ਇੱਕਦਮ ਇਕੱਠੀ ਹੋ ਕੇ ਪੈ ਸਕਦੀ ਹੈ, ਔਰ ਉਹ ਕਿਸੇ ਵੀ ਕਨਸਟੀਟੂਐਂਸੀ 'ਚ 10,000 ਤੋਂ ਘੱਟ ਨਹੀਂ ਹੁੰਦੀ ਜੇ ਇਹ ਉਹਨਾਂ ਨੂੰ ਕਨਵਿੰਸ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ। ਸੋ ਜਿਹੜੀਆਂ ਰਾਜਨੀਤਿਕ ਪਾਰਟੀਆਂ ਅਜੇ ਸਿਰਫ ਇੱਕ ਦੂਜੇ ਦੇ ਮੋਹਰਾਂ ਤੋਂ ਦੀ ਚੜ੍ਹ ਕੇ ਐਲਾਨ ਕਰਦੀਆਂ ਪਈਆਂ, ਉਹਨਾਂ ਨੂੰ ਕੱਲ ਨੂੰ ਇਹ ਭੱਜਦਿਆਂ ਰਾਹ ਨਹੀਂ ਲੱਭਣੇ। ਉਹ ਪੰਜਾਬੀ 'ਚ ਕਹਿੰਦੇ ਹੁੰਦੇ ਭੱਜਦਿਆਂ ਮਾਣ ਇੱਕੋ ਜੇ, ਪਰ ਮੈਨੂੰ ਲੱਗਦਾ ਰਾਹ ਲੱਭਣੇ ਔਖੇ ਹੋ ਜਾਣਗੇ ਕਿ ਜੇ ਕਿਸਾਨ ਆ ਗਏ। ਜਿਹੜੀ ਵੋਟ ਕਰਦੀ ਆ ਉਹ ਕਿਹਦੀ ਕਰਦੀ ਆ ਤੇ ਕਿੰਨੀ ਕਰਦੀ ਆ, ਸਮਝੋ ਪਰੇ ਦੀਆਂ ਗੱਲਾਂ ਹੋਣਗੀਆਂ। ਇਹ ਬੜੀ ਦਿਲਚਸਪ ਹੋਊਗੀ। ਮੈਨੂੰ ਲੱਗਦਾ ਭਾਸਕਰ ਸਾਹਿਬ ਆਪਾਂ ਕੱਲ ਇੱਥੇ ਗੱਲ ਕਰਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ।